I have already decided that all Asian with a British citizen must leave Uganda. I think Uganda will benefit if Asian are out of Uganda because Asian are 4 ਅਗਸਤ 1972 ਨੂੰ ਅਚਾਨਕ ਲੋਕਾਂ ਦੇ ਕੰਨਾਂ ਤੱਕ ਇਹ ਖਬਰ ਪਹੁੰਚਦੀ ਹੈ ਕਿ ਯੂਗੰਡਾ ਦੇ ਤਾਨਾਸ਼ਾਹ ਈਦੀ ਅਮੀਨ ਨੇ ਅਚਾਨਕ ਯੂਗੰਡਾ ਵਿੱਚ ਸਾਲਾਂ ਤੋਂ ਰਹਿ ਰਹੇ 60,000 ਏਸ਼ੀਆ ਦੇ ਲੋਕਾਂ ਨੂੰ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਹੈ। ਉਸਨੇ ਇਹ ਵੀ ਐਲਾਨ ਕੀਤਾ ਕਿ ਉਹਨਾਂ ਨੂੰ ਦੇਸ਼ ਛੱਡਣ ਲਈ ਸਿਰਫ 90 ਦਿਨ ਦਿੱਤੇ ਗਏ ਹਨ। ਈਦੀ ਅਮੀਨ, ਜਿਸ ਦਾ ਕੱਦ 6 ਫੁੱਟ 4 ਇੰਚ ਸੀ ਅਤੇ ਵਜ਼ਨ 135 ਕਿਲੋ ਸੀ, ਨੂੰ ਹਾਲ ਹੀ ਦੇ ਵਿਸ਼ਵ ਇਤਿਹਾਸ ਵਿੱਚ ਸਭ ਤੋਂ ਜ਼ਾਲਮ ਅਤੇ ਬੇਰਹਿਮ ਤਾਨਾਸ਼ਾਹ ਗਿਣਿਆ ਜਾਂਦਾ ਹੈ। ਈਦੀ ਅਮੀਨ, ਜੋ ਕਿ ਯੂਗੰਡਾ ਦਾ ਕਦੇ ਹੈਵੀ ਵੇਟ ਬਾਕਸਿੰਗ ਚੈਂਪੀਅਨ ਰਹਿ ਚੁੱਕਾ ਸੀ, 1971 ਵਿੱਚ ਮਿਲਟਨ ਓਬੋਟੇ ਨੂੰ ਹਟਾ ਕੇ ਸੱਤਾ ਵਿੱਚ ਆਇਆ ਸੀ। ਆਪਣੇ 8 ਸਾਲ ਦੇ ਰਾਜ ਦੌਰਾਨ ਉਸਨੇ ਜ਼ੁਲਮ ਦੀਆਂ ਅਜਿਹੀਆਂ ਭਿਆਨਕ ਮਿਸਾਲਾਂ ਪੇਸ਼ ਕੀਤੀਆਂ ਕਿ ਆਧੁਨਿਕ ਇਤਿਹਾਸ ਵਿੱਚ ਬਹੁਤ ਘੱਟ ਮਿਸਾਲਾਂ ਦੇਖਣ ਨੂੰ ਮਿਲਦੀਆਂ ਹਨ। ਦੋਸਤੋ, ਦੇਖੋ ਸ਼ੁਰੂਆਤ ਕਿੱਥੋਂ ਹੁੰਦੀ ਹੈ। 4 ਅਗਸਤ 1972 ਨੂੰ ਈਦੀ ਅਮੀਨ ਨੂੰ ਅਚਾਨਕ ਇੱਕ ਸੁਪਨਾ ਆਇਆ ਅਤੇ ਉਸਨੇ ਯੂਗੰਡਾ ਦੇ ਇੱਕ ਕਸਬੇ ਟੋਰੋਰੋ ਵਿੱਚ ਫੌਜੀ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਰੱਬ ਨੇ ਉਸ ਨੂੰ ਤੁਰੰਤ ਸਾਰੇ ਏਸ਼ੀਆਈਆਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਕੱਢਣ ਲਈ ਕਿਹਾ ਹੈ। ਅਮੀਨ ਨੇ ਕਿਹਾ, ਏਸ਼ੀਆ ਦੇ ਲੋਕਾਂ ਨੇ ਆਪਣੇ ਆਪ ਨੂੰ ਯੂਗੰਡਾ ਤੋਂ ਅਲੱਗ ਕਰ ਲਿਆ ਹੈ ਅਤੇ ਉਹਨਾਂ ਨੇ ਯੂਗੰਡਾ ਦੇ ਲੋਕਾਂ ਨਾਲ ਮਿਲ ਜੁਲ ਕੇ ਰਹਿਣ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਉਹਨਾਂ ਦੀ ਸਭ ਤੋਂ ਵੱਡੀ ਦਿਲਚਸਪੀ ਯੂਗੰਡਾ ਨੂੰ ਲੁੱਟਣ ਦੇ ਵਿੱਚ ਹੈ। ਉਹਨਾਂ ਨੇ ਗਾਂ ਨੂੰ ਪੂਜਿਆ ਤਾਂ ਹੈ, ਪਰ ਉਸ ਦਾ ਢਿੱਡ ਭਰਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ। ਸ਼ੁਰੂ ਵਿੱਚ ਏਸ਼ੀਆ ਦੇ ਲੋਕਾਂ ਨੇ ਅਮੀਨ ਦੇ ਐਲਾਨ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਹਨਾਂ ਨੂੰ ਲੱਗਾ ਕਿ ਅਮੀਨ ਨੇ ਇਹ ਐਲਾਨ ਆਪਣੀ ਸਨਕਤਾ ਵਿੱਚ ਕਰ ਦਿੱਤਾ ਹੈ, ਪਰ ਕੁਝ ਹੀ ਦਿਨਾਂ ਵਿੱਚ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਅਮੀਨ ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚੋਂ ਬਾਹਰ ਕੱਢਣ ਲਈ ਪੂਰੀ ਤਰ੍ਹਾਂ ਦੇ ਨਾਲ ਪਾਗਲ ਹੈ। ਹਾਲਾਂਕਿ ਅਮੀਨ ਨੇ ਬਾਅਦ ਵਿੱਚ ਕਈ ਵਾਰ ਮੰਨਿਆ ਕਿ ਰੱਬ ਨੇ ਉਸ ਨੂੰ ਇਹ ਫੈਸਲਾ ਸੁਪਨਿਆਂ ਵਿੱਚ ਲੈਣ ਦੀ ਸਲਾਹ ਦਿੱਤੀ ਸੀ, ਪਰ ਜਾਰਜ ਇਵਾਨ ਸਮਿਥ, ਜਿਸ ਨੇ ਅਮੀਨ ਦੇ ਸ਼ਾਸਨ 'ਤੇ ਬਹੁਤ ਚਰਚਾ ਕੀਤੀ, ਉਸਨੇ ਕਿਤਾਬ ਲਿਖੀ ਗੋਸਟ ਆਫ ਕੰਪਾਲਾ। ਇਸ 'ਚ ਲਿਖਿਆ ਕਿ ਇਹ ਸਭ ਕੁਝ ਕਰਨ ਦੀ ਪ੍ਰੇਰਨਾ ਉਸਨੂੰ ਲੀਬੀਆ ਦੇ ਤਾਨਾਸ਼ਾਹ ਕਰਨਲ ਗੱਦਾਫੀ ਤੋਂ ਮਿਲੀ ਸੀ। ਗੱਦਾਫੀ ਨੇ ਇਹ ਸਲਾਹ ਦਿੱਤੀ ਕਿ ਅਮੀਨ ਦਾ ਕੰਟਰੋਲ ਉਸਦੇ ਦੇਸ਼ 'ਤੇ ਤਦ ਹੀ ਹੋ ਸਕਦਾ ਹੈ ਜਦ ਉਸਦਾ ਕੰਟਰੋਲ ਪੂਰੀ ਤਰ੍ਹਾਂ ਨਾਲ ਉਸਦੇ ਦੇਸ਼ ਦੀ ਇਕੋਨਮੀ 'ਤੇ ਹੋ ਜਾਵੇਗਾ। ਗੱਦਾਫੀ ਨੇ ਕਿਹਾ ਕਿ ਜਿਸ ਤਰ੍ਹਾਂ ਉਸਨੇ ਆਪਣੇ ਦੇਸ਼ ਵਿੱਚ ਇਟਾਲੀਅਨਸ ਤੋਂ ਛੁਟਕਾਰਾ ਪਾਇਆ, ਉਸੀ ਤਰ੍ਹਾਂ ਉਸ ਨੂੰ ਏਸ਼ੀਆ ਦੇ ਲੋਕਾਂ ਤੋਂ ਵੀ ਛੁਟਕਾਰਾ ਪਾਉਣਾ ਚਾਹੀਦਾ ਹੈ। ਜਦੋਂ ਇਹ ਘੋਸ਼ਣਾ ਕੀਤੀ ਗਈ ਤਾਂ ਬ੍ਰਿਟੇਨ ਨੇ ਅਮੀਨ ਨੂੰ ਇਸ ਫੈਸਲੇ ਨੂੰ ਬਦਲਣ ਲਈ ਮਨਾਉਣ ਦੇ ਇਰਾਦੇ ਵਿੱਚ ਆਪਣੇ ਇੱਕ ਮੰਤਰੀ ਜੈਫਰੀ ਰਿਪਨ ਨੂੰ ਕੰਪਾਲਾ ਭੇਜਿਆ, ਪਰ ਜਦੋਂ ਰਿਪਨ ਉੱਥੇ ਪਹੁੰਚਿਆ ਤਾਂ ਅਮੀਨ ਨੇ ਉਸ ਨੂੰ ਕਿਹਾ ਕਿ ਉਹ ਅਗਲੇ 5 ਦਿਨਾਂ ਤੱਕ ਉਸ ਨੂੰ ਨਹੀਂ ਮਿਲੇਗਾ ਕਿਉਂਕਿ ਉਹ ਬਹੁਤ ਜ਼ਿਆਦਾ ਵਿਅਸਤ ਹੈ। ਰਿਪਨ ਨੇ ਲੰਡਨ ਵਾਪਸ ਜਾਣ ਦਾ ਫੈਸਲਾ ਕੀਤਾ ਤੇ ਜਦੋਂ ਉਸਦੇ ਅਫਸਰਾਂ ਨੇ ਉਸ ਨੂੰ ਸਮਝਾਇਆ ਤਾਂ ਅਮੀਨ ਚੌਥੇ ਦਿਨ ਰਿਪਨ ਨੂੰ ਮਿਲਣ ਲਈ ਰਾਜੀ ਹੋ ਗਿਆ, ਪਰ ਇਸ ਦਾ ਵੀ ਕੋਈ ਫਾਇਦਾ ਨਹੀਂ ਹੋਇਆ। ਅਮੀਨ ਆਪਣੇ ਫੈਸਲੇ 'ਤੇ ਕਾਇਮ ਰਿਹਾ। ਭਾਰਤ ਸਰਕਾਰ ਨੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਨਿਰੰਜਨ ਦੇਸਾਈ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਕੰਪਾਲਾ ਭੇਜਿਆ। अगली आवाज़ निरंजन देसाई जी दी है। माहौल बहुत ख़राब था, काफ़ी पैनिक था, डिस्ट्रेस था, क्योंकि काफ़ी लोग तो युगांडा से भी बाहर नहीं गए थे कभी, और कभी ईस्ट अफ्रीका से बाहर नहीं गए थे, और सडनली उनको सब छोड़ के जाना पड़ा। और गवर्नमेंट ने कोई भी इंस्ट्रक्शंस इशू नहीं की थी कि वो क्या ले जा सकते क्या नहीं ले जा सकते, मगर जो स्मार्ट लोग थे उन्होंने काफ़ी तरीके अपनाए और काफ़ी अपना प्रॉपर्टी और पैसे फंड्स बाहर निकाल दिए। ਅਮੀਨ ਦਾ ਇਹ ਫੈਸਲਾ ਇੰਨਾ ਅਚਾਨਕ ਸੀ ਕਿ ਯੂਗਾਂਡਾ ਦੀ ਸਰਕਾਰ ਇਸ ਨੂੰ ਲਾਗੂ ਕਰਨ ਲਈ ਤਿਆਰ ਨਹੀਂ ਸੀ। ਕੁਝ ਅਮੀਰ ਏਸ਼ੀਆਈ ਲੋਕਾਂ ਨੇ ਆਪਣੇ ਪੈਸੇ ਖਰਚਣ ਲਈ अनोखा तरीका ਲੱਭਿਆ। जो लोग बहुत पैसे वाले थे उन्होंने सारे फैमिली के लिए अराउंड द वर्ल्ड टिकट्स ले ली, फर्स्ट क्लास की, साथ में वो होटल बुकिंग और MCO की तरफ ले लिया, क्योंकि वो बाद में रिफंड कर सकते हैं। तो ऐसे पैसे निकाल दिए, किसी ने डायरेक्टली फंड ट्रांसफ़र कर दिए, किसी लोगों ने कार के अंदर ज्वेलरी और पैसे सब निकाल कर कीनिया चले गए, और किसी लोगों ने फोर्स से पार्सल कर दिया। पोस्टल सर्विस अच्छी थी कि काफ़ी लोग को ज्वेलरी आपको मिल गई लंदन में, और कोई लोग ऐसे थे उन्होंने सोचा कि ये मामला ठीक हो जाएगा, वो लोग वापस आ जाएंगे, तो उनने अपनी ज्वेलरी अपने गार्डन में छुपा दी।
वो तो चली गई, मगर काफी लोगों ने बैंक ऑफ बड़ौदा में सेफ डिपॉजिट वॉल्ट में रख दी थी और ये बैंक ने बहुत संभाल कर रखा। और जब मुसेवेनी गवर्नमेंट आई पावर में, तब काफी लोग आए और ज्वेलरी ले गए वापस। ਇਸ ਸਮੇਂ ਲੰਡਨ ਦੇ ਵਿੱਚ ਰਹਿ ਰਹੀ ਗੀਤਾ ਵਾਟਸ ਨੂੰ ਉਹ ਦਿਨ ਅੱਜ ਵੀ ਯਾਦ ਹੈ ਜਦ ਉਹ ਲੰਡਨ ਜਾਣ ਲਈ एंटेबे हवाई अड्डे ਤੇ पहुंची सी। गीता दसदी है, हम लोगों को अपने साथ ले जाने के लिए सिर्फ 55 पाउंड दिए गए थे। जब हम हवाई अड्डे पहुंचे तो लोगों के सूटकेस खोल खोल कर देखे जा रहे थे। उनकी हर चीज बाहर निकाल कर फेंकी जा रही थी ताकि वो देख सकें कि उसमें सोना या पैसे तो छिपे नहीं रह गए हैं। पता नहीं किस वजह से मेरे माता पिता ने मेरी उंगली में एक अंगूठी पहना दी थी। हमसे कहा गया कि मैं अंगूठी उतार कर उन्हें दे दूं। अंगूठी इतनी कसी थी कि मेरी उंगली से उतर ही नहीं रही थी। आखिर में उन्होंने उसे काट कर मेरी उंगली से अलग किया। सबसे खतरनाक चीज ये थी कि जब अंगूठी को काटा जा रहा था तो ऑटोमेटिक हथियार लिए सैनिक हमें घेर कर खड़े हुए थे। बहुत सारे एशियाई लोगों ਨੂੰ ਆਪਣੀਆਂ ਦੁਕਾਨਾਂ ਅਤੇ ਘਰ ਖੁੱਲੇ ਛੱਡਣੇ ਪਏ। ਉਹਨਾਂ ਨੂੰ ਆਪਣਾ ਘਰੇਲੂ ਸਮਾਨ ਵੇਚਣ ਦੀ ਇਜਾਜ਼ਤ ਨਹੀਂ ਸੀ। ਯੂਗਾਂਡਾ ਦੇ ਸੈਨਿਕ ਵੀ ਉਹਨਾਂ ਦਾ ਸਮਾਨ ਲੁੱਟਣ ਦੀ ਯੋਜਨਾ ਬਣਾ ਰਹੇ ਸਨ ਜੋ ਕਿ ਉਹ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੇ ਸਨ। निरंजन देसाई जी कहते हैं, कंपाला एयरपोर्ट था एंटेबे, कंपाला से कुछ 20 माइल दूर है। इस रास्ते में 5 रोड ब्लॉक्स थे आर्मी के, तो वहाँ कुछ चीजें ले लेते हैं और वो रिसीट भी देते थे। मेरे पास रिसीट है, इसमें लिखा है कि 5 वेस्ट निकाल ली है। तो ये छोटी छोटी चोरियां कर लेते थे वहाँ। किसी को अपने घर, फर्नीचर, गाड़ी, दुकान का सामान सब ऐसे ही रखना था, कुछ बेच नहीं सकते थे। ਜਦੋਂ ਪੁੱਛਿਆ ਕਿ ਏਸ਼ੀਅਨ ਲੋਕਾਂ ਦੁਆਰਾ ਪਿੱਛੇ ਛੱਡੀ ਗਈ ਬੇਹਿਸਾਬ दौलत ਦਾ ਕੀ ਹੋਇਆ ਤਾਂ देसाई जी ने कहा, गवर्नमेंट ने कब्जा कर लिया, किसी आर्मी वालों ने ले लिया, किसी मिनिस्टर के, ऐसे ही करप्शन में सब। आम आदमी तो कुछ मिला नहीं है, उनको तो बेकारी हो गई, क्योंकि मोस्ट प्रोडक्टिव पार्ट ऑफ द इकोनॉमी व देश। ये अजीब बात है, ये जब मुफ्त की चीजें मिलती थी ना, ये आर्मी वाले उसको बोलते थे बांग्लादेश। बांग्लादेश उसी टाइम लिबरेट हुआ था, तो जो भी एशियन की प्रॉपर्टी मुफ्त में मिली उसका नाम उन्होंने बांग्लादेश रखा था। सुनाई पड़ता था हमने इतना बांग्लादेश किया, हमने इतना बांग्लादेश। ਕਿ ਜ਼ਿਆਦਾਤਰ ਮਾਲ ਅਮੀਨ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ ਅਤੇ ਫੌਜੀ ਅਫਸਰਾਂ ਦੇ ਹੱਥਾਂ ਵਿੱਚ ਆ ਗਿਆ। ਆਮ ਲੋਕਾਂ ਨੂੰ ਇਸ ਵਿੱਚ ਬਹੁਤ ਘੱਟ ਹਿੱਸਾ ਮਿਲਿਆ। ਉਹ ਇਸ ਤਰ੍ਹਾਂ ਹੜਪੀ ਗਈ ਜਾਇਦਾਦ ਨੂੰ ਕੋਡ ਭਾਸ਼ਾ ਵਿੱਚ ਬੰਗਲਾਦੇਸ਼ ਕਹਿੰਦੇ ਸਨ। ਉਸਨੇ ਕਿਹਾ, ਇਹ ਉਸ ਸਮੇਂ ਸੀ ਜਦੋਂ ਬੰਗਲਾਦੇਸ਼ ਆਜ਼ਾਦ ਹੋਇਆ ਸੀ। ਮਿਲਟਰੀ ਅਫਸਰ ਅਕਸਰ ਇਹ ਕਹਿੰਦੇ ਸੁਣੇ ਜਾਂਦੇ ਸਨ ਕਿ ਉਹਨਾਂ ਕੋਲ ਇੰਨੇ ਬੰਗਲਾਦੇਸ਼ੀ ਹਨ। ਜਾਰਜ ਇਵਾਨ ਸਮਿਥ ਆਪਣੀ ਕਿਤਾਬ ਗੋਸਟ ਆਫ ਕੰਪਾਲਾ ਵਿੱਚ ਲਿਖਦੇ ਹਨ ਕਿ ਅਮੀਨ ਨੇ ਜ਼ਿਆਦਾਤਰ ਏਸ਼ੀਆਈ ਮਾਲਕੀ ਵਾਲੀਆਂ ਦੁਕਾਨਾਂ ਅਤੇ ਹੋਟਲਾਂ ਨੂੰ ਆਪਣੇ ਸਿਪਾਹੀਆਂ ਨੂੰ ਸੌਂਪ ਦਿੱਤਾ। ਅਜਿਹੀਆਂ ਵੀਡੀਓ ਵੀ ਮੌਜੂਦ ਹਨ ਜਿਨ੍ਹਾਂ ਵਿੱਚ ਅਮੀਨ ਆਪਣੇ ਫੌਜੀ ਅਫਸਰਾਂ ਨਾਲ ਘੁੰਮ ਰਿਹਾ ਸੀ। ਇੱਕ ਸਿਵਲ ਅਫਸਰ ਵੀ ਉਸ ਦੇ ਨਾਲ ਹੱਥ ਵਿੱਚ ਨੋਟਬੁੱਕ ਲੈ ਕੇ ਤੁਰ ਰਿਹਾ ਸੀ ਅਤੇ ਅਮੀਨ ਉਸ ਨੂੰ ਹੁਕਮ ਦੇ ਰਿਹਾ ਸੀ ਕਿ ਉਹ ਫਲਾਨੀ ਦੁਕਾਨ ਨੂੰ ਫਲਾਣੇ ਬ੍ਰਿਗੇਡੀਅਰ ਦੇ ਹਵਾਲੇ ਕਰ ਦਿੱਤਾ ਜਾਵੇ ਅਤੇ ਫਲਾਂ ਦਾ ਹੋਟਲ ਫਲਾਂ ਦੇ ਬ੍ਰਿਗੇਡੀਅਰ ਨੂੰ ਸੌਂਪ ਦਿੱਤਾ ਜਾਵੇ। ਉਹ ਲਿਖਦਾ ਹੈ, ਇਹਨਾਂ ਅਫਸਰਾਂ ਕੋਲ ਤਾਂ ਆਪਣੇ ਘਰ ਚਲਾਉਣ ਦੀ ਵੀ ਸ੍ਰਿਸ਼ਟੀ ਨਹੀਂ ਸੀ। ਉਹਨਾਂ ਨੂੰ ਮੁਫਤ ਵਿੱਚ ਮਿਲੀਆਂ ਦੁਕਾਨਾਂ ਨੂੰ ਉਹ ਕਿਵੇਂ ਚਲਾ ਸਕਦੇ ਸਨ। ਕਬਾਇਲੀ ਪਰੰਪਰਾ ਦੀ ਪਾਲਣਾ ਕਰਦੇ ਹੋਏ ਉਹ ਆਪਣੇ ਕਬੀਲੇ ਦੇ ਲੋਕਾਂ ਨੂੰ ਬੁਲਾਉਂਦੇ ਅਤੇ ਉਹਨਾਂ ਨੂੰ ਦੱਸਦੇ ਕਿ ਉਹ ਇੱਥੋਂ ਜੋ ਚਾਹਣ ਲੈ ਸਕਦੇ ਹਨ। ਉਸ ਨੂੰ ਇਹ ਤੱਕ ਨਹੀਂ ਪਤਾ ਸੀ ਕਿ ਨਵੀਆਂ ਚੀਜ਼ਾਂ ਕਿੱਥੋਂ ਖਰੀਦੀਆਂ ਜਾਣ ਅਤੇ ਇਹਨਾਂ ਚੀਜ਼ਾਂ ਦੀ ਕੀ ਕੀਮਤ ਵਸੂਲੀ ਜਾਵੇ। ਇਸ ਦੇ ਵਜੋਂ ਨਤੀਜਾ ਕੀ ਹੁੰਦਾ ਹੈ? ਨਤੀਜਾ ਇਹ ਨਿਕਲਿਆ ਕਿ ਕੁਝ ਹੀ ਦਿਨਾਂ ਵਿੱਚ ਸਾਰੀ ਆਰਥਿਕਤਾ ਜ਼ਮੀਨ ਪਰ ਆ ਗਈ। ਇਹ ਸਾਰੀ ਘਟਨਾ ਕਾਰਨ ਅਮੀਨ ਦਾ ਅਕਸ ਪੂਰੀ ਦੁਨੀਆ ਵਿੱਚ ਇੱਕ ਪਾਗਲ ਸ਼ਾਸਕ ਵਜੋਂ ਫੈਲ ਗਿਆ। ਉਸ ਦੇ ਜ਼ੁਲਮ ਦੀਆਂ ਹੋਰ ਕਹਾਣੀਆਂ ਵੀ ਪੂਰੀ ਦੁਨੀਆ ਨੂੰ ਜਾਣੀਆਂ ਜਾਣ ਲੱਗੀਆਂ। ਹੈਨਰੀ ਕਿਅਮਾ ਜੋ ਕਿ ਅਮੀਨ ਦੇ ਸਮੇਂ ਸਿਹਤ ਮੰਤਰੀ ਸੀ, ਉਸ ਨੇ ਏ ਸਟੇਟ ਆਫ ਬਲੱਡ ਦਾ ਇਨਸਾਈਡ ਸਟੋਰੀ ਆਫ ਇਦੀ ਅਮੀਨ ਕਿਤਾਬ ਲਿਖੀ, ਜਿਸ ਵਿੱਚ ਉਸਨੇ ਅਮੀਨ ਦੇ ਜ਼ੁਲਮ ਦੀਆਂ ਅਜਿਹੀਆਂ ਕਹਾਣੀਆਂ ਸੁਣਾਈਆਂ ਕਿ ਪੂਰੀ ਦੁਨੀਆ ਹੈਰਾਨ ਰਹਿ ਗਈ ਸੀ। ਕਿਅਮਾ ਨੇ ਲਿਖਿਆ, ਅਮੀਨ ਨੇ ਨਾ ਸਿਰਫ ਆਪਣੇ ਦੁਸ਼ਮਣਾਂ ਨੂੰ ਮਾਰਿਆ ਬਲਕਿ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਸਰੀਰ ਨਾਲ ਬੇਰਹਿਮੀ ਨਾਲ ਵਿਵਹਾਰ ਕੀਤਾ। ਯੂਗਾਂਡਾ ਦੇ ਡਾਕਟਰੀ ਭਾਈਚਾਰੇ ਵਿੱਚ ਇਹ ਆਮ ਜਾਣਕਾਰੀ ਸੀ ਕਿ ਮੁਰਦਾ ਘਰ ਵਿੱਚ ਰੱਖੀਆਂ ਗਈਆਂ ਬਹੁਤ ਸਾਰੀਆਂ ਲਾਸ਼ਾਂ ਨਾਲ ਛੇੜਛਾੜ ਕੀਤੀ ਗਈ ਸੀ ਅਤੇ ਉਹਨਾਂ ਦੇ ਗੁਰਦੇ, ਜਿਗਰ, ਨੱਕ, ਬੁੱਲ ਅਤੇ ਜਨਨ ਅੰਗ ਵੀ ਗਾਇਬ ਪਾਏ ਜਾਂਦੇ ਸਨ। ਜਦੋਂ ਜੂਨ 1974 ਵਿੱਚ ਇੱਕ ਵਿਦੇਸ਼ੀ ਸੇਵਾ ਅਧਿਕਾਰੀ ਗੋਡਫਰੇ ਕੇਗਾਲਾ ਨੂੰ ਗੋਲੀ ਮਾਰ ਦਿੱਤੀ ਗਈ ਸੀ
ਤਾਂ ਉਹਨਾਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਸਨ ਅਤੇ ਉਸ ਦੀ ਲਾਸ਼ ਕੰਪਾਲਾ ਦੇ ਬਾਹਰ ਜੰਗਲਾਂ ਵਿੱਚ ਸੁੱਟ ਦਿੱਤੀ ਗਈ ਸੀ। ਕਯੰਬਾ ਨੇ ਬਾਅਦ ਵਿੱਚ ਇੱਕ ਬਿਆਨ ਦਿੱਤਾ ਕਿ ਕਈ ਵਾਰ ਅਮੀਨ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨਾਲ ਕੁਝ ਸਮੇਂ ਤੱਕ ਇਕੱਲਾ ਬਿਤਾਉਣਾ ਚਾਹੁੰਦਾ ਹੈ। ਜਦੋਂ ਮਾਰਚ 1974 ਵਿੱਚ ਕਾਰਜਕਾਰੀ ਆਰਮੀ ਚੀਫ ਆਫ ਸਟਾਫ ਬ੍ਰਿਗੇਡੀਅਰ ਚਾਰਲਸ ਅਰੂਬਾ ਦੀ ਹੱਤਿਆ ਕਰ ਦਿੱਤੀ ਗਈ ਸੀ ਤਾਂ ਅਮੀਨ ਉਸ ਦੀ ਲਾਸ਼ ਨੂੰ ਦੇਖਣ ਲਈ ਮੁਲਾਗੋ ਹਸਪਤਾਲ ਦੇ ਮੁਰਦਾ ਘਰ ਵਿੱਚ ਆਇਆ ਸੀ। ਉਸਨੇ ਡਿਪਟੀ ਮੈਡੀਕਲ ਸੁਪਰਡੈਂਟ ਕਿਆ ਬਾਵੇ ਨੂੰ ਕਿਹਾ ਕਿ ਉਹ ਲਾਸ਼ ਕੋਲ ਉਸ ਨੂੰ ਇਕੱਲਾ ਛੱਡ ਦੇਣ। ਕਿਸੇ ਨੇ ਨਹੀਂ ਦੇਖਿਆ ਕਿ ਅਮੀਨ ਨੇ ਸਰੀਰ ਨਾਲ ਕੀ ਕੀਤਾ ਜਦੋਂ ਇਕੱਲੇ ਛੱਡ ਦਿੱਤਾ ਗਿਆ ਸੀ, ਪਰ ਕੁਝ ਯੁਗਾਂਡਾ ਦੇ ਲੋਕਾਂ ਦਾ ਮੰਨਣਾ ਹੈ ਕਿ ਉਸ ਨੇ ਆਪਣੇ ਦੁਸ਼ਮਣ ਦਾ ਖੂਨ ਪੀਤਾ ਸੀ, ਜਿਵੇਂ ਕਿ ਕਾਕਵਾ ਕਬੀਲੇ ਵਿੱਚ ਰਿਵਾਜ ਹੈ। ਅਮੀਨ ਵੀ ਕਾਕਵਾ ਕਬੀਲੇ ਵਿੱਚੋਂ ਆਇਆ ਸੀ। ਕਯੰਬਾ ਲਿਖਦਾ ਹੈ ਕਿ ਅਮੀਨ ਨੇ ਕਈ ਵਾਰ ਇਹ ਗੱਲ ਮੰਨੀ ਹੈ ਕਿ ਉਸਨੇ ਮਨੁੱਖ ਦਾ ਮਾਸ ਖਾਧਾ ਹੈ। ਅਗਸਤ 1975 ਵਿੱਚ ਜਦੋਂ ਅਮੀਨ ਕੁਝ ਸੀਨੀਅਰ ਅਫਸਰਾਂ ਨੂੰ ਜ਼ੇਅਰ ਦੀ ਆਪਣੀ ਫੇਰੀ ਬਾਰੇ ਦੱਸ ਰਿਹਾ ਸੀ ਤਾਂ ਉਸਨੇ ਕਿਹਾ ਕਿ ਉੱਥੇ ਉਸ ਨੂੰ ਬਾਂਦਰ ਦਾ ਮਾਸ ਪਰੋਸਿਆ ਗਿਆ ਜੋ ਮਨੁੱਖੀ ਮਾਸ ਨਾਲੋਂ ਵਧੀਆ ਨਹੀਂ ਸੀ। ਅਕਸਰ ਲੜਾਈ ਦੌਰਾਨ ਅਜਿਹਾ ਹੁੰਦਾ ਹੈ ਕਿ ਤੁਹਾਡਾ ਸਾਥੀ ਸਿਪਾਹੀ ਜ਼ਖਮੀ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਇਸ ਨੂੰ ਮਾਰ ਕੇ ਅਤੇ ਇਸ ਦਾ ਮਾਸ ਖਾ ਕੇ ਆਪਣੇ ਆਪ ਨੂੰ ਭੁੱਖਮਰੀ ਤੋਂ ਬਚਾ ਸਕਦੇ ਹੋ। ਇਸ ਦੇ ਬਾਵਜੂਦ ਇੱਕ ਹੋਰ ਮੌਕੇ ਤੇ ਅਮੀਨ ਨੇ ਯੁਗਾਂਡਾ ਦੇ ਇੱਕ ਡਾਕਟਰ ਨੂੰ ਦੱਸਿਆ ਕਿ ਮਨੁੱਖੀ ਮਾਸ ਚੀਤੇ ਦੇ ਮਾਸ ਨਾਲੋਂ ਜ਼ਿਆਦਾ ਨਮਕੀਨ ਹੁੰਦਾ ਹੈ। ਕੀਨੀਆ ਤੋਂ ਭੱਜਣ ਤੋਂ ਬਾਅਦ ਅਮੀਨ ਦੇ ਇੱਕ ਸਾਬਕਾ ਸੇਵਕ ਮੂਸਾ ਅਲੋਗਾ ਨੇ ਇੱਕ ਕਹਾਣੀ ਸੁਣਾਈ ਜਿਸ ਤੇ ਅੱਜ ਦੇ ਸਮੇਂ ਵਿੱਚ ਵਿਸ਼ਵਾਸ ਕਰਨਾ ਮੁਸ਼ਕਿਲ ਹੈ। ਮਦਨਜੀਤ ਸਿੰਘ ਜੋ ਕਿ ਅਮੀਨ ਦੇ ਸਮੇਂ ਯੁਗਾਂਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸਨ, ਇਹਨਾਂ ਨੇ ਆਪਣੀ किताब कल्चर ऑफ द सेपुल्चर विच लिखा है। अलोगा ने बताया, अमीन के पुराने घर कमांड पोस्ट में एक कमरा हमेशा बंद रहता था। सिर्फ मुझे ही उसके अंदर घुसने की इजाजत थी और वो भी उसे साफ करने के लिए। अमीन की 5वीं बीवी सारा क्योलाबा को इस कमरे के बारे में जानने की बहुत उत्सुकता थी। उन्होंने मुझसे उस कमरे को खोलने के लिए कहा। मैं थोड़ा झिझका क्योंकि अमीन ने मुझे आदेश दिए थे कि उस कमरे में किसी को घुसने नहीं दिया जाए। लेकिन जब सारा ने बहुत जोर दिया और मुझे कुछ पैसे भी दिए तो मैंने उस कमरे की चाबी उन्हें सौंप दी। कमरे के अंदर 2 रेफ्रिजरेटर रखे हुए थे। जब उन्होंने एक रेफ्रिजरेटर को खोला तो वो चिल्लाकर बेहोश हो गई। उसमें उनके एक पूर्व प्रेमी जीज गिटा का कटा हुआ सिर रखा था। ਅਮੀਨ ਨੇ ਕਈ ਹੋਰ ਔਰਤਾਂ ਦੇ ਪ੍ਰੇਮੀ ਦਾ ਸਿਰ ਕਲਮ ਕਰ ਦਿੱਤਾ ਸੀ। ਜਦੋਂ ਅਮੀਨ ਨੂੰ ਉਦਯੋਗਿਕ ਅਦਾਲਤ ਦੇ ਮੁਖੀ ਮਾਈਕਲ ਕਾਬਲੀ ਕਾਗਵਾ ਦੀ ਪ੍ਰੇਮਿਕਾ ਹੈਲਨ ਉਗਵਾਂਗ ਵਿੱਚ ਦਿਲਚਸਪੀ ਹੋ ਗਈ ਤਾਂ ਅਮੀਨ ਦੇ ਬੋਡੀਗਾਰਡਾਂ ਨੇ ਉਸ ਨੂੰ ਕੰਪਾਲਾ ਇੰਟਰਨੈਸ਼ਨਲ ਹੋਟਲ ਦੇ ਸਵੀਮਿੰਗ ਪੂਲ ਵਿੱਚੋਂ ਚੁੱਕ ਲਿਆ ਸੀ ਅਤੇ ਉਸ ਨੂੰ ਗੋਲੀ ਮਾਰ ਦਿੱਤੀ। ਹੈਲਨ ਨੂੰ ਬਾਅਦ ਵਿੱਚ ਪੈਰਿਸ ਵਿੱਚ ਯੁਗਾਂਡਾ ਦੇ ਦੂਤਾਵਾਸ ਵਿੱਚ ਤਾਇਨਾਤ ਕੀਤਾ ਗਿਆ ਸੀ, ਜਿੱਥੋਂ ਉਹ ਫਰਾਰ ਹੋ ਗਈ ਸੀ। ਅਮੀਨ ਦੇ ਇੰਨੇ ਪ੍ਰੇਮ ਸੰਬੰਧ ਸਨ ਕਿ ਉਹਨਾਂ ਦੀ ਗਿਣਤੀ ਕਰਨੀ ਮੁਸ਼ਕਿਲ ਹੈ। ਕਿਹਾ ਜਾਂਦਾ ਹੈ ਕਿ ਇੱਕ ਸਮੇਂ ਉਸ ਕੋਲ ਘੱਟੋ ਘੱਟ 30 ਔਰਤਾਂ ਦਾ ਹਰਮ ਸੀ ਜੋ ਪੂਰੇ ਯੁਗਾਂਡਾ ਵਿੱਚ ਫੈਲਿਆ ਹੋਇਆ ਸੀ। ਇਹ ਔਰਤਾਂ ਜ਼ਿਆਦਾਤਰ ਹੋਟਲਾਂ, ਦਫ਼ਤਰਾਂ ਅਤੇ ਹਸਪਤਾਲਾਂ ਵਿੱਚ ਨਰਸਾਂ ਵਜੋਂ ਕੰਮ ਕਰਦੀਆਂ ਸਨ। ਅਮੀਨ ਦੀ ਚੌਥੀ ਪਤਨੀ ਮਦੀਨਾ ਵੀ ਕਈ ਵਾਰ ਉਸ ਦੇ ਹੱਥੋਂ ਮੌਤ ਤੋਂ ਬਚ ਗਈ ਸੀ। ਹੋਇਆ ਇੱਦਾਂ ਸੀ ਕਿ ਫਰਵਰੀ 1975 ਵਿੱਚ ਅਮੀਨ ਦੀ ਕਾਰ ਤੇ ਕੰਪਾਲਾ ਨੇੜੇ ਗੋਲੀਬਾਰੀ ਕੀਤੀ ਗਈ ਸੀ। ਅਮੀਨ ਨੂੰ ਸ਼ੱਕ ਹੋਇਆ ਕਿ ਮਦੀਨਾ ਨੇ ਕਤਲ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਕਾਰ ਬਾਰੇ ਜਾਣਕਾਰੀ ਦਿੱਤੀ ਸੀ। ਅਮੀਨ ਨੇ ਮਦੀਨਾ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦਾ ਆਪਣਾ ਹੀ ਗੁੱਟ ਟੁੱਟ ਗਿਆ। निरंजन देसाई दसदे हन, जब एशियन चले गए अनएम्प्लॉयमेंट ज्यादा हो गई, डिस्ट्रीब्यूशन नेटवर्क खराब हो गई। कोई बार होटल में मैं रहा था तो कुछ बार ब्रेड नहीं है, कुछ बार बटर नहीं है, कुछ ये नहीं है। हालत काफी खराब हो गई थी और इकोनॉमी जस्ट क्रैश। ਕੱਢੇ ਗਏ 60,000 ਲੋਕਾਂ ਚੋਂ ਬ੍ਰਿਟੇਨ ਨੇ 29,000 ਲੋਕਾਂ ਨੂੰ ਪਨਾਹ ਦਿੱਤੀ। 11,000 ਲੋਕ ਭਾਰਤ ਆਏ, 5,000 ਲੋਕ ਕੈਨੇਡਾ ਗਏ ਅਤੇ ਬਾਕੀਆਂ ਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ शरण ਲਈ। सबसे ज्यादा नंबर ब्रिटेन में आए क्योंकि वो ब्रिटिश पासपोर्ट होल्डर्स थे। आई थिंक कुछ 23,000 और सो आए और हमारे नेशनल थे कुछ 11,000 और दूसरे कुछ ऑस्ट्रेलिया गए, कनाडा गए। कनाडा सरकार ने बहुत मदद की थी। कनाडा सरकार ने आगा खान साहब की बातचीत के बाद कनाडा ने स्पेशल मिशन बनाया वहाँ कंपाला में और उन्होंने काफी लोग को इंटरव्यू किया और जो एलिजिबल थे उनको
कनाडा का वीजा दे दिया और कनाडा गवर्नमेंट ने पैसेज भी फ्री दिया था उनको। तो काफी लोग कनाडा भी चले गए, कुछ फिर यूरोप चले गए, कोई न्यूजीलैंड गया, कोई ऑस्ट्रेलिया गया, कोई ब्राजील गया। मगर जो भी चले गए उन्होंने काफी अच्छा सेटल कर दिया सब जगह। आपने देखा ब्रिटेन में तो उन्होंने सारी रिटेल इंडस्ट्री चेंज कर दी। ਜ਼ਮੀਨ ਤੋਂ ਸ਼ੁਰੂ ਕਰਕੇ ਇਹਨਾਂ ਲੋਕਾਂ ਨੇ ਬ੍ਰਿਟੇਨ ਦੇ ਉਦਯੋਗ ਦਾ ਚਿਹਰਾ ਬਦਲ ਦਿੱਤਾ। ਬ੍ਰਿਟਾਨੀਆ ਦੇ ਹਰ ਸ਼ਹਿਰ ਦੇ ਹਰ ਚੌਰਾਹੇ ਤੇ ਪਲੇਟ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਅਤੇ ਉਹਨਾਂ ਦੇ ਅਖਬਾਰ ਅਤੇ ਦੁੱਧ ਵੇਚਣਾ ਸ਼ੁਰੂ ਕੀਤਾ। ਅੱਜ ਯੂਗਾਂਡਾ ਤੋਂ ਬ੍ਰਿਟਾਨੀਆ ਵਿੱਚ ਵਸਣ ਵਾਲਾ ਸਮੁੱਚਾ ਭਾਈਚਾਰਾ ਬਹੁਤ ਖੁਸ਼ਹਾਲ ਹੈ। ਬ੍ਰਿਟੇਨ ਵਿੱਚ ਉਦਾਹਰਨਾਂ ਦਿੱਤੀਆਂ ਗਈਆਂ ਕਿ ਕਿਵੇਂ ਬਾਹਰੋਂ ਆਏ ਸਮੁੱਚੇ ਭਾਈਚਾਰਿਆਂ ਨੇ ਨਾ ਸਿਰਫ ਆਪਣੇ ਆਪ ਨੂੰ ਬ੍ਰਿਟਾਨੀਆ ਦੇ ਸੱਭਿਆਚਾਰ ਵਿੱਚ ਢਾਲਿਆ, ਸਗੋਂ ਇਸ ਦੇ ਆਰਥਿਕ ਵਿਕਾਸ ਵਿੱਚ ਵੀ ਬਹੁਤ ਜ਼ਿਆਦਾ ਯੋਗਦਾਨ ਪਾਇਆ। ਇਸ ਦੁਖਾਂਤ ਤੇ ਭਾਰਤ ਸਰਕਾਰ ਦਾ ਸਭ ਤੋਂ ਹੈਰਾਨੀਜਨਕ ਅਤੇ ਢਿੱਲਾ ਰਵੱਈਆ ਸੀ। ਭਾਰਤ ਨੇ ਇਸ ਨੂੰ ਯੂਗਾਂਡਾ ਦਾ ਅੰਦਰੂਨੀ ਮਾਮਲਾ ਦੱਸਿਆ ਅਤੇ ਅਮੀਨ ਪ੍ਰਸ਼ਾਸਨ ਦੇ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ। ਨਤੀਜਾ ਇਹ ਹੋਇਆ ਕਿ ਪੂਰਬੀ ਅਫਰੀਕਾ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਭਾਰਤੀ ਭਾਈਚਾਰਾ ਭਾਰਤ ਤੋਂ ਦੂਰ ਚਲਾ ਗਿਆ ਅਤੇ ਇਹ ਮਹਿਸੂਸ ਕਰਦੇ ਰਹੇ ਕਿ ਉਹਨਾਂ ਦੇ ਆਪਣੇ ਦੇਸ਼ ਨੇ ਉਹਨਾਂ ਦੇ ਔਖੇ ਸਮੇਂ ਵਿੱਚ ਉਹਨਾਂ ਦਾ ਸਾਥ ਨਹੀਂ ਦਿੱਤਾ। 8 ਸਾਲ ਸੱਤਾ ਵਿੱਚ ਰਹਿਣ ਤੋਂ ਬਾਅਦ ਈਦੀ ਅਮੀਨ ਨੂੰ ਉਸੇ ਤਰ੍ਹਾਂ ਸੱਤਾ ਤੋਂ ਹਟਾ ਦਿੱਤਾ ਗਿਆ ਸੀ ਜਿਸ ਤਰ੍ਹਾਂ ਉਸਨੇ ਸੱਤਾ ਤੇ ਕਬਜ਼ਾ ਕੀਤਾ ਸੀ। ਉਸ ਨੂੰ ਪਹਿਲਾਂ ਲੀਬੀਆ ਅਤੇ ਫਿਰ ਸਾਊਦੀ ਅਰਬ ਨੇ ਸ਼ਰਨ ਦਿੱਤੀ, ਜਿੱਥੇ 2003 ਵਿੱਚ 78 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ।